सत श्री अकाल जी सारिਆਂ ਨੂੰ स्वागत है जी वैलकम ਤੁਹਾਡਾ ਸਭ ਦਾ ਤੇ ਉਹਨਾਂ ਸਭ ਦਾ ਬਹੁਤ ਥੈਂक्स शुक्रिया जिन्हों ने चैनल ਨੂੰ सबसक्राइब किया होया जी वीडियो ਨੂੰ लाइक करते हैं सुनते हैं तो जिन्हों ने अजे तक चैनल ਨੂੰ सबसक्राइब नहीं किया रोज़ खबरां सुनने के वास्ते चैनल ਨੂੰ करो जी सबसक्राइब तो नोटिफिकेशन के वास्ते बैल आइकन ਨੂੰ भी जरूर प्रैस करो ताकि जो भी साडी वीडियो आएगी ਤੁਹਾਡੇ ਕੋਲ नोटिफिकेशन पहुँच सकेगा। शुरू करते हैं जी न्यूज़। तो सब तो पहली न्यूज़ जिस तरह के इटली दे विच पहलां जी इंफॉर्मेशन बयान की जा चुकी है कि जनवरी 2022 तो ਜਿਹੜੇ बिल ने जी इलैक्ट्रिसिटी के बिजली के ते गैस के ਉਹ ਵਧਣ जा रहे हैं। ਜਿਹੜਾ इलैक्ट्रिसिटी का बिल है जी ਉਹ 29.8% ਪਹਿਲਾਂ ਨਾਲੋਂ ਵੱਧ ਕੇ ਆਏਗਾ ਤੇ ਜਿਹੜਾ गैस का बिल है ਉਹ 14.4% ਉਹਦੇ ਵਿੱਚ ਵਾਧਾ ਕੀਤਾ ਜਾ ਰਿਹਾ है। वजह दसी जा रही है कि इंटरनेशनल लैवल ते ਜਿਹੜੇ रेट्स है जी ਉਹ ਜਿਹੜਾ ਰਾ ਮਟੀਰੀਅਲ ਹੁੰਦਾ ਹੈ ਜੀ ਸਪਲਾਈ ਉਹਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਰੇਟਸ ਵਧੇ ਨੇ ਜਿਸ ਦੇ ਕਰਕੇ ਜਿਹੜੇ ਮਹਿੰਗੇ ਹੋਣਗੇ ਜੀ ਇਲੈਕਟ੍ਰਿਸਿਟੀ ਦੀ ਸਪਲਾਈ ਤੇ ਗੈਸ ਦੀ ਸਪਲਾਈ ਵੀ। ਪਰ ਹੁਣ ਦੱਸਿਆ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਜੀ ਫੰਡ ਕਾਫੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦੇ ਕਰਕੇ 3.8 ਬਿਲੀਅਨ ਜਿਹੜੇ ਯੂਰੋ ਨੇ ਜੀ ਉਹ ਰਿਲੀਜ਼ ਕੀਤੇ ਜਾਣਗੇ ਤਾਂ ਕਿ ਜਿਹੜੀਆਂ ਕੰਪਨੀਜ਼ ਇਹ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ ਜੀ ਉਹਨਾਂ ਨੂੰ ਕੁਝ ਰਿਬੇਟ ਦਿੱਤੀ ਜਾਏਗੀ ਸਰਕਾਰ ਦੇ ਵੱਲੋਂ ਤਾਂ ਕਿ ਜਿਹੜਾ ਆਮ ਲੋਕਾਂ ਦੇ ਉੱਤੇ ਜਿਹੜਾ ਬੋਝ ਹੈ ਜੀ ਬਿਲਸ ਦਾ ਉਹ ਘੱਟ ਪਵੇ। ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਕਿ ਜ਼ਿਆਦਾ ਜਿਹੜਾ ਹੈ ਸਰਕਾਰ ਦੇ ਵੱਲੋਂ ਜਿਹੜਾ ਰੇਟ ਆ ਇਲੈਕਟ੍ਰਿਸਿਟੀ ਦੇ ਬਿਲਸ ਜਾਂ ਜਿਹੜੇ ਗੈਸ ਬਿਲਸ ਨੇ ਜੀ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਨਾ ਹੋ ਸਕੇ। ਪਰ ਜਿਹੜੇ ਸਭ ਇਸ ਦੇ ਨਾਲ ਡੀਲ ਕਰਦੇ ਨੇ ਜੀ ਐਕਸਪਰਟਸ ਉਹਨਾਂ ਦੇ ਮੁਤਾਬਕ ਸਰਕਾਰ ਦੇ ਵੱਲੋਂ ਹੋਰ ਪੈਸਾ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਉੱਤੇ ਜਿਹੜਾ ਬੋਝ ਹੈ ਜੀ ਜਿਹੜਾ ਬਿੱਲਾਂ ਦਾ ਪਏਗਾ ਆਉਣ ਵਾਲੇ ਸਾਲ ਦੇ ਵਿੱਚ ਉਹਨੂੰ ਹੋਰ ਘਟਾਇਆ ਜਾ ਸਕੇ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਅਪਡੇਟ ਵੱਲ ਜਿਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ EMA ਦੇ ਵੱਲੋਂ ਯੂਰਪੀਅਨ ਮੈਡੀਕਲ ਏਜੰਸੀ ਦੇ ਵੱਲੋਂ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਗਿਆ ਹੈ ਕਿ ਜਿਹੜੀ ਤੀਸਰੀ ਡੋਜ਼ ਹੈਗੀ ਹੈ ਜੀ ਵੈਕਸੀਨ ਦੀ ਅਗਰ ਉਹ 3 ਮਹੀਨੇ ਦੇ ਬਾਅਦ ਵੀ ਲਗਾਈ ਜਾਵੇ ਸੈਕਿੰਡ ਡੋਜ਼ ਲੱਗਣ ਦੇ 3 ਮਹੀਨੇ ਬਾਅਦ ਵੀ ਤੀਸਰੀ ਡੋਜ਼ ਅਪਲਾਈ ਕਰ ਦਿੱਤੀ ਜਾਵੇ ਤਾਂ ਵੀ ਜਿਹੜੀ ਡੋਜ਼ ਹੈ ਜੀ ਉਹ ਲੋਕਾਂ ਦੇ ਵਾਸਤੇ ਸੇਫ ਰਹੇਗੀ ਤੇ ਇਫੈਕਟਿਵ ਰਹੇਗੀ। ਇਸ ਤਰ੍ਹਾਂ ਇਹ ਜਿਹੜੀ ਸਟੇਟਮੈਂਟ ਹੈ ਜੀ ਬਿਆਨ ਕਰ ਦਿੱਤੀ ਗਈ ਹੈ ਯੂਰਪੀਅਨ ਮੈਡੀਕਲ ਏਜੰਸੀ ਦੇ ਵੱਲੋਂ। ਤੇ ਜਿਹੜੇ ਕਮਿਸ਼ਨਰ ਨੇ ਜੀ ਜਿਹਨਾਂ ਦੀ ਡਿਊਟੀ ਲੱਗੀ ਹੋਈ ਹੈ ਇਸ ਸਾਰੇ ਪ੍ਰੋਸੈਸ ਦੇ ਵਿੱਚ ਇਟਲੀ ਦੇ ਵਿੱਚ ਵੈਕਸੀਨੇਸ਼ਨ ਦੇ ਪ੍ਰੋਸੈਸ ਦੇ ਵਿੱਚ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਫਿਲਹਾਲ ਫਾਈਜ਼ਰ ਵਾਲਿਆਂ ਦੀ ਵੈਕਸੀਨ ਦੀ ਜਿਹੜੀ ਸਪਲਾਈ ਹੈ ਜੀ ਉਹਦੇ ਵਿੱਚ ਕੁਝ ਸ਼ਾਰਟੇਜ ਚੱਲਦੀ ਪਈ ਹੈ ਪਰ ਉਹਨਾਂ ਦੇ ਮੁਤਾਬਕ ਐਂਡ ਆਫ ਦਸੰਬਰ ਤੱਕ ਕਾਫੀ ਜਿਹੜੀਆਂ ਮਿਲੀਅਨ ਆਫ ਡੋਜ਼ਸ ਆ ਫਾਈਜ਼ਰ ਕੰਪਨੀ ਦੀਆਂ ਪਹੁੰਚ ਜਾਣਗੀਆਂ। ਤੇ ਨਾਲ ਹੀ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਪਣੀ ਤੀਸਰੀ ਡੋਜ਼ ਦੀ ਬੁਕਿੰਗ ਫਿਲਹਾਲ ਨਹੀਂ ਕਰ ਰਹੇ, ਜਿਹੜੇ ਲੋਕ ਫਾਈਜ਼ਰ ਕੰਪਨੀ ਦੀ ਤੀਸਰੀ ਡੋਜ਼ ਲਗਵਾਉਣਾ ਚਾਹੁੰਦੇ ਨੇ ਉਹਨਾਂ ਦੇ ਬਾਰੇ ਵੀ ਜਿਹੜੀ ਇੱਥੇ ਦੀ ਸਾਇੰਟੀਫਿਕ ਟੈਕਨੀਕਲ ਕਮੇਟੀ ਹੈ ਜੀ ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਬਿਆਨ ਕੀਤਾ ਹੈ ਕਿ ਲੋਕਾਂ ਨੂੰ ਕੋਈ ਵੀ ਜਿਹੜੇ ਹੈਗੀ ਹੈ ਜੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਜਿਹੜੀਆਂ 2 ਵੈਕਸੀਨ ਕੀਤੀਆਂ ਗਈਆਂ ਨੇ ਜੀ ਆਥੋਰਾਈਜ਼ ਮੋਡਰਨਾ ਵਾਲਿਆਂ ਦੀ ਤੇ ਫਾਈਜ਼ਰ ਵਾਲਿਆਂ ਦੀ ਇਹ ਦੋਨੋਂ ਡੋਜ਼ ਹੀ ਇਹਨਾਂ ਦੇ ਵਿੱਚੋਂ ਕੋਈ ਵੀ ਅਗਰ ਡੋਜ਼ ਤੀਸਰੀ ਜਿਹੜੀ ਡੋਜ਼ ਲੱਗਣੀ ਹੈ ਜੀ ਉਹਦੇ ਤੌਰ ਤੇ ਲਗਾਈ ਜਾਵੇਗੀ ਤਾਂ ਉਹ ਸੇਫ ਹੋਏਗੀ ਲੋਕਾਂ ਦੇ ਵਾਸਤੇ। ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਫਾਈਜ਼ਰ ਦੀ ਜਿਹੜੀ ਸਪਲਾਈ ਚੱਲਦੀ ਪਈ ਉਹਦੇ ਸ਼ਾਰਟੇਜ ਦੇ ਕਰਕੇ ਪੋਸਟਪੋਨ ਕਰ ਰਹੇ ਨੇ ਆਪਣੀ ਤੀਸਰੀ ਡੋਜ਼ ਜਿਹੜੀ ਲੱਗਣੀ ਹੈ ਜੀ ਵੈਕਸੀਨ ਦੀ। ਪਰ ਇਹਨਾਂ ਐਕਸਪਰਟਸ ਜਿਹੜੇ ਇਸ ਦੇ ਹੈੱਡ ਨੇ CTS ਕਮੇਟੀ ਦੇ ਉਹਨਾਂ ਦੇ ਮੁਤਾਬਕ ਇਹਦੇ ਵਿੱਚ ਕੋਈ ਵੀ ਰਿਸਕ ਨਹੀਂ ਹੈਗਾ। ਜਿਹੜੀ ਵੀ ਅਵੇਲੇਬਲ ਵੈਕਸੀਨ ਆ ਤੀਸਰੀ ਡੋਜ਼ ਦੇ ਵਾਸਤੇ ਫਾਈਜ਼ਰ ਜਾਂ ਮੋਡਰਨਾ ਦੇ ਵਿੱਚੋਂ ਲੋਕਾਂ ਨੂੰ ਆਪਣੇ ਉੱਤੇ ਅਪਲਾਈ ਕਰਾਉਣ ਦੇ ਵਾਸਤੇ ਬੁਕਿੰਗ ਜਿਹੜੀ ਹੈ ਉਹ ਕਰਵਾ ਦੇਣੀ ਚਾਹੀਦੀ ਹੈ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਕੇਸ ਕਿਸ ਤਰ੍ਹਾਂ ਐਡ ਹੋਏ ਨੇ ਇਟਲੀ ਦੇ ਵਿੱਚ ਮਹਾਮਾਰੀ ਨੂੰ ਲੈ ਕੇ। ਪਿਛਲੇ 24 ਘੰਟਿਆਂ ਦੌਰਾਨ ਤਾਂ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ 12,527 ਦੇ ਕਰੀਬ। 79 ਲੋਕਾਂ ਦੀ ਜਾਨ ਗਈ ਹੈ ਜੀ ਤੇ ਜਿਹੜੇ ਨੰਬਰ ਆਫ ਟੈਸਟ ਕੀਤੇ ਗਏ ਸੀਗੇ ਉਹਨਾਂ ਦੀ ਗਿਣਤੀ ਸੀਗੀ ਲਗਭਗ 3,12,800 ਦੇ ਕਰੀਬ ਟੈਸਟ ਕੀਤੇ ਗਏ ਨੇ ਤੇ ਜਿਸ ਪਰਸੈਂਟੇਜ ਦੇ ਨਾਲ ਕੇਸ ਐਡ ਹੋਏ ਨੇ ਉਹ ਪਰਸੈਂਟੇਜ ਲਗਭਗ 4 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਤਰ੍ਹਾਂ ਇਨਫੋਰਮੇਸ਼ਨ ਬਿਆਨ ਕੀਤੀ ਜਾ ਰਹੀ ਹੈ ਜੀ ਨਵੇਂ ਆਉਣ ਵਾਲੇ ਕੇਸਿਸ ਦੀ ਪਿਛਲੇ 24 ਘੰਟਿਆਂ ਦੌਰਾਨ। ਇਸ ਤੋਂ ਨੈਕਸਟ ਜਿਹੜੀ ਅਗਲੀ ਅਪਡੇਟ ਆ ਰਹੀ ਹੈ ਜੀ ਉਹ ਆ ਰਹੀ ਹੈ ਜੀ ਇੰਡੀਆ ਤੋਂ। ਇੰਡੀਆ ਦੇ ਵੱਲੋਂ ਜਿੰਨੀਆਂ ਵੀ ਰੈਗੂਲਰ ਨਾਰਮਲ ਫਲਾਈਟਸ ਆ ਜਿਨ੍ਹਾਂ ਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਬਿਆਨ ਕੀਤੀ ਜਾ ਰਹੀ ਸੀਗੀ ਕਿ 15 ਦਸੰਬਰ ਤੋਂ ਸ਼ੁਰੂ ਹੋ ਸਕਦੀਆਂ ਨੇ ਤੇ ਇਹਦੇ ਉੱਤੇ ਜਿਹੜਾ ਫੈਸਲਾ ਹੈ ਜੀ ਉਹਨੂੰ ਪਹਿਲਾਂ ਪੋਸਟਪੋਨ ਕਰ ਦਿੱਤਾ ਗਿਆ ਸੀਗਾ। ਪਰ ਹੁਣ ਇਸ ਦੇ ਰਿਗਾਰਡਿੰਗ ਆ ਚੁੱਕਾ ਹੈ ਜੀ ਫੈਸਲਾ ਕਿ ਜਿੰਨੀਆਂ ਵੀ ਨਾਰਮਲ ਸ਼ਡਿਊਲਡ ਫਲਾਈਟਸ ਚੱਲਦੀਆਂ ਨੇ ਜੀ ਇੰਡੀਆ ਦੇ ਵਾਸਤੇ ਇੰਟਰਨੈਸ਼ਨਲੀ ਉਹਨਾਂ ਨੂੰ 31 ਜਨਵਰੀ 2022 ਤੱਕ ਫਿਲਹਾਲ ਉਸੇ ਤਰ੍ਹਾਂ ਹੀ ਸਸਪੈਂਡ ਹੀ ਰੱਖਿਆ ਜਾਏਗਾ। ਵਜ੍ਹਾ ਦੱਸੀ ਜਾ ਰਹੀ ਹੈ ਜਿਹੜੀ ਨਵੀਂ ਫਾਰਮ ਆਈ ਹੈ ਜੀ ਵਾਇਰਸ ਦੀ ਜਿਸ ਦੇ ਕਰਕੇ 31 ਜਨਵਰੀ 2022 ਤੱਕ ਫਿਲਹਾਲ ਜਿੰਨੀਆਂ ਵੀ ਨਾਰਮਲ ਸ਼ਡਿਊਲਡ ਇੰਟਰਨੈਸ਼ਨਲ ਫਲਾਈਟਸ ਨੇ ਜੀ ਇੰਡੀਆ ਦੇ ਵਾਸਤੇ
ਉਹਨਾਂ ਨੂੰ ਉਸੇ ਤਰ੍ਹਾਂ ਹੀ ਸਸਪੈਂਡ ਰੱਖਿਆ ਜਾਏਗਾ। ਇਹ ਰੂਲ ਚੱਲਦਾ ਪਿਆ ਹੈ ਜੀ 23 ਮਾਰਚ 2020 ਦਾ, ਪਰ ਇਸ ਨੂੰ ਫਿਲਹਾਲ ਵੀ ਉਸੇ ਤਰ੍ਹਾਂ ਹੀ ਕੰਟੀਨਿਊ ਰੱਖਿਆ ਜਾਏਗਾ। ਫਿਲਹਾਲ ਜਿਹੜੀਆਂ ਸਪੈਸ਼ਲ ਫਲਾਈਟਸ ਚੱਲ ਰਹੀਆਂ ਨੇ ਜਿਹਨਾਂ ਕੰਟਰੀਜ਼ ਦੇ ਨਾਲ ਪਹਿਲਾਂ ਇੰਡੀਆ ਦੀ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਐਜ਼ ਸੱਚ ਉੱਦਾਂ ਹੀ ਕੰਟੀਨਿਊ ਰੱਖਿਆ ਜਾਏਗਾ, ਪਰ ਨਾਰਮਲ ਫਲਾਈਟਸ ਜਿਹੜੀਆਂ ਸ਼ਡਿਊਲਡ ਫਲਾਈਟਸ ਇਸ ਮਹਾਂਮਾਰੀ ਤੋਂ ਪਹਿਲਾਂ ਜਿਸ ਤਰ੍ਹਾਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ 31 ਜਨਵਰੀ 2022 ਤੱਕ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਅਪਡੇਟ ਵੱਲ, ਜਿਹਦੇ ਵਿੱਚ ਇਨਫੋਰਮੇਸ਼ਨ ਬਿਆਨ ਕੀਤੀ ਜਾ ਰਹੀ ਹੈ ਕਿ ਜਿਹਨਾਂ ਲੋਕਾਂ ਨੂੰ ਇਟਲੀ ਦੇ ਵਿੱਚ ਗ੍ਰੀਨ ਪਾਸ ਮਿਲ ਚੁੱਕਾ ਹੈ ਜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੋਣ ਤੋਂ ਬਾਅਦ, ਅਗਰ ਉਹ ਦੁਬਾਰਾ ਇਸ ਮਹਾਂਮਾਰੀ ਤੋਂ ਪੀੜਿਤ ਹੁੰਦੇ ਨੇ ਤਾਂ ਉਹਨਾਂ ਸਭ ਲੋਕਾਂ ਦੇ ਵਾਸਤੇ ਕੁਆਰੰਟਾਈਨ ਪੀਰੀਅਡ ਸਪੈਂਡ ਕਰਨਾ ਕੰਪਲਸਰੀ ਹੈ ਜੀ, ਜ਼ਰੂਰੀ ਆ। ਜਿਸ ਤਰ੍ਹਾਂ ਕਿ ਗ੍ਰੀਨ ਪਾਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਬਿਆਨ ਕੀਤੀ ਗਈ ਸੀਗੀ ਕਿ ਅਗਰ ਕੋਈ ਵਿਅਕਤੀ ਮੁੜ ਇਸ ਮਹਾਂਮਾਰੀ ਤੋਂ ਪੀੜਿਤ ਹੁੰਦਾ ਹੈ ਤੇ ਉਹਦਾ ਗ੍ਰੀਨ ਪਾਸ ਜਿਹੜਾ ਹੈ ਜੀ ਉਸ ਪਾਰਟੀਕੂਲਰ ਟਾਈਮ ਦੇ ਵਾਸਤੇ ਵੈਲਿਡ ਨਹੀਂ ਰਹੇਗਾ, ਪਰ ਫਿਲਹਾਲ ਦੱਸਿਆ ਜਾ ਰਿਹਾ ਕਿ ਕੁਝ ਟੈਕਨੀਕਲ ਰੀਜ਼ਨਸ ਦੇ ਕਰਕੇ ਇਹ ਜਿਹੜਾ ਇਹ ਪ੍ਰੋਸੈਸ ਹੈ ਜੀ ਉਹ ਅਪਡੇਟ ਨਹੀਂ ਹੋ ਸਕਿਆ। ਪਰ ਇਹ ਖੁਦ ਲੋਕਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਅਗਰ ਉਹ ਦੁਬਾਰਾ ਇਸ ਮਹਾਂਮਾਰੀ ਤੋਂ ਪੀੜਿਤ ਹੁੰਦੇ ਨੇ ਤਾਂ ਉਹਨਾਂ ਨੂੰ ਕੁਆਰੰਟਾਈਨ ਪੀਰੀਅਡ ਸਪੈਂਡ ਕਰਨਾ ਪਏਗਾ। ਗ੍ਰੀਨ ਪਾਸ ਨੂੰ ਲੈ ਕੇ ਉਹ ਕਿਸੇ ਵੀ ਐਕਟੀਵਿਟੀ ਦੇ ਵਿੱਚ ਐਂਟਰੀ ਨਾ ਕਰਨ, ਕਿਉਂਕਿ ਫਿਲਹਾਲ ਅਗਰ ਲੋਕ ਇਸ ਤਰ੍ਹਾਂ ਪਕੜੇ ਜਾਂਦੇ ਨੇ ਤਾਂ ਉਹਨਾਂ ਨੂੰ ਜੁਰਮਾਨੇ ਜਿਹੜੇ ਆ ਜੀ ਕੀਤੇ ਜਾ ਸਕਦੇ ਨੇ। ਗ੍ਰੀਨ ਪਾਸ ਦੀ ਵੈਲਿਡਿਟੀ ਹੋਣ ਦੇ ਬਾਵਜੂਦ ਵੀ ਅਗਰ ਤੁਸੀਂ ਕਰੋਨਾ ਵਾਇਰਸ ਪੀੜਿਤ ਹੋ ਤਾਂ ਤੁਹਾਡੀ ਜਿਹੜੀ ਐਂਟਰੀ ਹੈ ਐਕਟੀਵਿਟੀਜ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਤੁਸੀਂ ਪੋਜ਼ਿਟਿਵ ਤੋਂ ਨੈਗੇਟਿਵ ਜਿਹੜੇ ਆ ਉਹ ਨਹੀਂ ਹੋ ਜਾਂਦੇ। ਇਸ ਤਰ੍ਹਾਂ ਇਨਫੋਰਮੇਸ਼ਨ ਰਿਲੀਜ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਨੂੰ ਜੁਰਮਾਨਾ ਵੀ ਹੋਇਆ ਹੈ ਜੀ, ਜਿਹਦੇ ਉੱਤੇ ਵੈਕਸੀਨੇਸ਼ਨ ਦਾ ਪ੍ਰੋਸੈਸ ਹੋਇਆ ਸੀਗਾ, ਗ੍ਰੀਨ ਪਾਸ ਉਹਦੇ ਕੋਲ ਸੀਗਾ, ਪਰ ਕੁਆਰੰਟਾਈਨ ਪੀਰੀਅਡ ਸਪੈਂਡ ਕਰਨ ਲਈ ਕਿਹਾ ਗਿਆ ਸੀਗਾ, ਪਰ ਜਦੋਂ ਪਕੜ ਦੇ ਵਿੱਚ ਆਇਆ ਕਿ ਐਕਟੀਵਿਟੀ ਦੇ ਵਿੱਚ ਉਹਨੇ ਐਂਟਰੀ ਕੀਤੀ ਤਾਂ ਉਹਨੂੰ ਪਕੜਨ ਤੋਂ ਬਾਅਦ ਉਹਨੂੰ ਭਾਰੀ ਜੁਰਮਾਨਾ ਵੀ ਕੀਤਾ ਗਿਆ। ਇਸ ਤਰ੍ਹਾਂ ਇਨਫੋਰਮੇਸ਼ਨ ਰਿਲੀਜ਼ ਕੀਤੀ ਗਈ ਹੈ ਕਿ ਲੋਕਾਂ ਦੀ ਖੁਦ ਦੀ ਜ਼ਿੰਮੇਵਾਰੀ ਹੈ ਕਿ ਅਗਰ ਉਹ ਉਸ ਮਹਾਂਮਾਰੀ ਤੋਂ ਪੀੜਤ ਨਿਕਲਦੇ ਨੇ ਤਾਂ ਗ੍ਰੀਨ ਪਾਸ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਐਕਟੀਵਿਟੀਜ਼ ਦੇ ਵਿੱਚ ਐਂਟਰੀ ਨਹੀਂ ਕਰਨੀ ਜਿੱਥੇ ਗ੍ਰੀਨ ਪਾਸ ਦੇ ਬੇਸ ਤੇ ਐਂਟਰੀ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹਦੇ ਵਿੱਚ ਇਨਫੋਰਮੇਸ਼ਨ ਬਿਆਨ ਕੀਤੀ ਜਾ ਰਹੀ ਹੈ ਕਿ ਇਟਲੀ ਦੇ ਕੁਝ ਏਰੀਆਜ਼ ਦੇ ਵਿੱਚ ਸਕੂਲਸ ਦੇ ਵਿੱਚ ਕਾਫੀ ਨੰਬਰ ਆਫ ਕੇਸਿਸ ਨਿਕਲ ਰਹੇ ਨੇ ਜੀ ਮਹਾਂਮਾਰੀ ਨੂੰ ਲੈ ਕੇ। ਖਾਸ ਕਰ 2 ਸਟੇਟਸ ਬਿਆਨ ਕੀਤੀਆਂ ਜਾ ਰਹੀਆਂ ਨੇ, ਕਲਾਬਰੀਆ ਤੇ ਸਿਚੀਲੀਆ। ਇਹਨਾਂ ਦੋਨਾਂ ਸਟੇਟਸ ਦੇ ਵਿੱਚ ਬਹੁਤ ਸਾਰੇ ਸਕੂਲਸ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਕਲਾਸਿਸ ਆ ਜੀ ਉੱਥੋਂ ਦੇ ਲੋਕਲ ਲੈਵਲ ਦੇ ਮਿਨਿਸਟਰਸ ਦੇ ਵੱਲੋਂ ਅੰਡਰ ਆਨਲਾਈਨ ਸਟੱਡੀ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਕਾਫੀ ਨੰਬਰ ਆਫ ਕੇਸਿਸ ਨਿਕਲੇ ਨੇ ਸਕੂਲਸ ਦੇ ਬੱਚਿਆਂ ਦੇ ਵਿੱਚ, ਤੇ ਨਾਲ ਹੀ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਸਕੂਲਸ ਦੇ ਵਿੱਚ ਉਹਨਾਂ ਦੇ ਵਿੱਚ ਨੰਬਰ ਆਫ ਕੇਸਿਸ ਨਿਕਲਣ ਦੇ ਕਰਕੇ 2 ਸਟੇਟਸ ਨੇ ਕਲਾਬਰੀਆ ਤੇ ਸਿਚੀਲੀਆ ਜਿਨ੍ਹਾਂ ਦੇ ਵਿੱਚ ਕਾਫੀ ਬੱਚੇ ਜਿਹੜੇ ਘਰੋਂ ਅੰਡਰ ਆਨਲਾਈਨ ਸਟੱਡੀ ਪੜ੍ਹ ਰਹੇ ਨੇ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਅਪਡੇਟ ਵੱਲ, ਜਿਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਹੁਣ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਵੀ ਆਪਸ ਦੇ ਵਿੱਚ ਜਿਹੜੇ ਲੋਕ ਮੂਵ ਕਰਦੇ ਨੇ ਜੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ, ਲੋਕਾਂ ਨੂੰ ਜਲਦੀ ਹੀ ਮੁੜ ਜ਼ਰੂਰਤ ਪੈ ਸਕਦੀ ਹੈ ਜੀ ਟੈਸਟ ਕਰਵਾਉਣ ਦੀ RT-PCR। ਜਿਸ ਤਰ੍ਹਾਂ ਕਿ ਫਿਲਹਾਲ ਜੋ ਕੰਡੀਸ਼ਨ ਚੱਲਦੀ ਪਈ ਹੈ ਜੀ ਜਿਨ੍ਹਾਂ ਨੇ ਵੈਕਸੀਨੇਸ਼ਨ ਦਾ ਪ੍ਰੋਸੈਸ ਕਰਵਾਇਆ ਹੋਇਆ ਹੈ ਯੂਰਪ ਦੀਆਂ ਕੰਟਰੀਜ਼ ਦੇ ਵਿੱਚ, ਜਦੋਂ ਉਹ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਮੂਵ ਕਰਦੇ ਨੇ ਤੇ ਟੈਸਟ ਜਿਹੜੀ ਕੰਡੀਸ਼ਨ ਹੈ ਜੀ ਉਹ ਫਿਲਹਾਲ ਉਹਨਾਂ ਲੋਕਾਂ ਦੇ ਵਾਸਤੇ ਕੰਪਲਸਰੀ ਨਹੀਂ ਚੱਲਦੀ ਪਈ ਜਿਨ੍ਹਾਂ ਨੇ ਵੈਕਸੀਨੇਸ਼ਨ ਦਾ ਪ੍ਰੋਸੈਸ ਕਰਵਾ ਲਿਆ ਹੈ ਜਾਂ ਜਿਹੜੇ ਇਸ ਮਹਾਂਮਾਰੀ ਤੋਂ ਪੀੜਤ ਰਹਿ ਚੁੱਕੇ ਨੇ, ਠੀਕ ਹੋ ਚੁੱਕੇ ਨੇ। ਪਰ ਜਿਸ ਤਰ੍ਹਾਂ ਹੁਣ ਕੰਡੀਸ਼ਨ ਚੱਲਦੀ ਪਈ ਹੈ ਜੀ ਨਵੀਂ ਫਾਰਮ ਵਾਇਰਸ ਦੀ ਆਉਣ ਦੇ ਕਰਕੇ ਜਲਦੀ ਹੀ ਯੂਰਪ ਦੀਆਂ ਕੰਟਰੀਜ਼ ਦੇ ਵੱਲੋਂ EU ਦੇ ਵੱਲੋਂ ਜਿਹੜਾ ਫੈਸਲਾ ਹੈ ਜੀ ਉਹ ਆ ਸਕਦਾ ਹੈ ਕਿ ਜਿਹੜਾ ਟੈਸਟ ਆ ਉਹ ਮੁੜ ਕੰਪਲਸਰੀ ਹੋ ਸਕਦਾ ਹੈ ਇੱਕ ਯੂਰਪ ਦੀ ਕੰਟਰੀ ਤੋਂ ਮੂਵ ਕਰਨ ਦੇ ਵਾਸਤੇ ਇੱਕ ਤੋਂ ਦੂਸਰੀ ਕੰਟਰੀ ਦੇ ਵਿੱਚ। ਜਿਨ੍ਹਾਂ ਦੀ ਉਮਰ 12 ਸਾਲ ਤੋਂ ਉੱਪਰ ਹੈ ਜੀ ਉਹਨਾਂ ਦੇ ਵਾਸਤੇ ਮੁੜ ਕੰਪਲਸ਼ਨ ਲੱਗ ਸਕਦੀ ਹੈ, RT-PCR ਟੈਸਟ ਕਰਵਾਉਣਾ ਜ਼ਰੂਰੀ ਹੋ ਸਕਦਾ ਹੈ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਅਪਡੇਟ ਵੱਲ, ਜਿਹੜੀ ਕਿ ਆ ਰਹੀ ਹੈ ਜੀ ਇੰਡੀਆ ਤੋਂ। ਇੰਡੀਆ ਦੇ ਵੱਲੋਂ ਜਦੋਂ ਤੋਂ ਨਵੇਂ ਰੂਲ ਰੈਗੂਲੇਸ਼ਨ ਚੱਲੇ ਨੇ ਜੀ ਇੰਟਰਨੈਸ਼ਨਲ ਮੁਸਾਫਿਰਾਂ ਦੇ ਵਾਸਤੇ, ਇੰਟਰਨੈਸ਼ਨਲ ਟਰੈਵਲਰਸ ਜਿਹੜੇ ਵੀ ਜਾਂਦੇ ਨੇ ਇੰਡੀਆ ਦੇ ਵਿੱਚ, 1 ਦਸੰਬਰ ਤੋਂ ਇਹ ਰੂਲ ਚੱਲਦਾ ਪਿਆ ਹੈ ਜੀ। ਜਿਨ੍ਹਾਂ ਨੇ ਵੀ ਜਾਣਾ ਹੈ ਉੱਥੇ ਉਹਨਾਂ ਦਾ ਏਅਰਪੋਰਟ ਤੇ ਵੀ ਟੈਸਟ ਹੁੰਦਾ ਹੈ ਜੀ RT-PCR, ਤੇ ਉਸ ਦੇ ਰਿਲੇਟਡ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ ਜੀ ਉਹਦੇ ਮੁਤਾਬਕ 30 ਜਿਹੜੇ ਨੰਬਰ ਆਫ ਕੇਸਿਸ ਨੇ ਉਹ ਪਾਏ ਗਏ ਨੇ ਜੀ ਜਦੋਂ ਟੈਸਟ ਕੀਤਾ ਗਿਆ ਹੈ ਏਅਰਪੋਰਟ ਦੇ ਉੱਤੇ ਹੀ, ਤੇ ਇਹਨਾਂ ਸਭ ਲੋਕਾਂ ਨੂੰ ਹੀ ਹਸਪੀਟਲਸ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ। ਪਰ ਹੁਣ ਦੱਸਿਆ ਜਾ ਰਿਹਾ ਕਿ 4 ਹੋਰ ਜਿਹੜੇ ਨਵੇਂ ਕੇਸ ਨੇ ਜੀ ਉੱਥੇ ਨਿਕਲੇ ਨੇ, ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਕੇਸ ਆ ਉਹ ਓਮਿਕਰੋਨ ਵਾਇਰਸ ਦਾ ਵੀ ਜਿਹੜਾ ਹੈ ਜੀ ਕਨਫਰਮ ਕਰ ਦਿੱਤਾ ਗਿਆ ਹੈ। ਨੰਬਰ ਆਫ ਜਿਹੜੇ ਟੈਸਟ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ
ਕੁਝ ਲੋਕ ਜਿਹੜੇ ਨੇ ਮਹਾਮਾਰੀ ਤੋਂ ਪੀੜਤ ਨਿਕਲ ਰਹੇ ਨੇ। ਇੰਡੀਆ ਜਿਹੜੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਓਮੀਕਰੋਨ ਵਾਇਰਸ ਦਾ ਜਿਹੜਾ ਕੇਸ ਆ ਉਹਨੂੰ ਵੀ ਕਨਫਰਮ ਕੀਤਾ ਗਿਆ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ, ਦਿੱਲੀ ਦੇ ਉੱਤੇ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਕਰੰਸੀ ਦੀ ਵੈਲਿਊ। ਤਾਂ ਯੂਰੋ ਦੀ ਵੈਲਿਊ ਇੰਡੀਅਨ ਰੁਪਈਏ ਦੇ ਮੁਕਾਬਲੇ ਰਹੀ ਹੈ ਜੀ 85 ਰੁਪਈਏ 63 ਪੈਸੇ ਇੰਡੀਆ ਦੇ। ਪਾਕਿਸਤਾਨੀ ਰੁਪਈਏ ਦੇ ਮੁਕਾਬਲੇ 1 ਯੂਰੋ ਬਰਾਬਰ ਹੈ ਜੀ 200 ਰੁਪਈਏ 92 ਪੈਸੇ ਪਾਕਿਸਤਾਨ ਦੇ। ਇੱਕ ਬ੍ਰਿਟਿਸ਼ ਪਾਉਂਡ ਬਰਾਬਰ ਹੈ ਜੀ 100 ਰੁਪਈਏ 23 ਪੈਸੇ ਇੰਡੀਆ ਦੇ। ਇੱਕ ਆਸਟ੍ਰੇਲੀਅਨ ਡਾਲਰ ਬਰਾਬਰ ਹੈ ਜੀ 54 ਰੁਪਈਏ 26 ਪੈਸੇ ਇੰਡੀਆ ਦੇ। ਇੱਕ ਕੈਨੇਡੀਅਨ ਡਾਲਰ ਬਰਾਬਰ ਹੈ ਜੀ 59 ਰੁਪਈਏ 64 ਪੈਸੇ ਇੰਡੀਆ ਦੇ। ਤੇ ਇੱਕ ਨਿਊਜ਼ੀਲੈਂਡ ਡਾਲਰ ਬਰਾਬਰ ਹੈ ਜੀ 51 ਰੁਪਈਏ 45 ਪੈਸੇ ਇੰਡੀਆ ਦੇ। ਠੀਕ ਹੈ ਜੀ, ਇਹ ਸੀ ਜੀ ਫਿਰ ਕੁਝ ਖਾਸ ਅਪਡੇਟਸ। ਨਿਊਜ਼ ਕੰਟੈਂਟ ਨੂੰ ਲਾਈਕ ਜ਼ਰੂਰ ਕਰੋ ਜੇ ਤੁਹਾਨੂੰ ਠੀਕ ਲੱਗਾ, ਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰੋਜ਼ ਖਬਰਾਂ ਸੁਣਨ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਠੀਕ ਹੈ ਜੀ, ਆਪਣਾ ਤੇ ਆਪਣੇ ਫੈਮਿਲੀ ਮੈਂਬਰਸ ਦਾ ਰੱਖੋ ਜੀ ਧਿਆਨ। ਧੰਨਵਾਦ, ਸਤਿ ਸ਼੍ਰੀ ਅਕਾਲ।